ਆਧੁਨਿਕ ਪੰਜਾਬੀ ਕਵਿਤਾ ਦੇ ਸੋਹਜਵਾਦੀ ਕਵੀਆਂ ਵਿੱਚ ਤਾਰੇ ਵਾਂਗ ਚਮਕਦਾ ਇੱਕ ਨਾਂ ਤਾਰਾ ਸਿੰਘ। प्यारे दोस्तों, बहुत प्रतिभाशील ते बहुत उच्च कोटि का कवि तारा सिंह किसी कालेज या यूनीवर्सिटी विच नहीं पढ़िया सी, पर उसदियां कवितावां विच जो मौलिकता, नवीनता, खूबसूरती ते आधुनिकता है वो हैरान करने वाली है। कह सकते हैं कि मैक्सिम गोरकी वांग जिंदगी ही उसकी यूनीवर्सिटी सी। ਅਜ਼ੀਜ਼ ਵਿਦਿਆਰਥੀਓ, 11ਵੀਂ ਸ਼੍ਰੇਣੀ ਦੇ 94ਵੀਂ ਪੰਜਾਬੀ ਵਿਸ਼ੇ ਦੇ ਸਾਰੇ ਵਿਦਿਆਰਥੀਆਂ ਦਾ ਅੱਜ ਦੇ ਇਸ ਅਹਿਮ ਲੈਕਚਰ ਦੇ ਵਿੱਚ ਸਵਾਗਤ ਹੈ। ਅੱਜ ਆਪਾਂ ਸੋਹਜਵਾਦੀ ਆਧੁਨਿਕ ਪੰਜਾਬੀ ਕਵੀਆਂ ਦੇ ਵਿੱਚ ਤਾਰੇ ਵਾਂਗ ਚਮਕਦੇ ਇੱਕ ਨਾਂ ਤਾਰਾ ਸਿੰਘ ਦੀ ਸਾਹਿਤਿਕ ਯਾਤਰਾ ਤੇ ਜੀਵਨ ਯਾਤਰਾ ਦੋਹਾਂ ਦਾ ਅਧਿਐਨ ਕਰਾਂਗੇ ਤੇ ਮੈਨੂੰ ਆਸ ਹੈ ਕਿ ਇਹ ਸਾਰਾ ਅਧਿਐਨ ਬਹੁਤ ਹੀ ਸਾਹਿਤਿਕ, ਸੱਭਿਆਚਾਰਕ ਤੇ ਸੰਜੀਦਾ ਮਾਹੌਲ ਵਿੱਚ ਹੋਵੇਗਾ। ਤਾਰਾ ਸਿੰਘ ਪੰਜਾਬੀ ਦਾ ਅਜਿਹਾ ਆਧੁਨਿਕ ਕਵੀ ਹੈ ਜੋ ਆਪਣੀ ਵਿਲੱਖਣਤਾ, ਆਪਣੇ ਨਿਰਾਲੇਪਣ ਕਰਕੇ ਵਧੇਰੇ ਜਾਣਿਆ ਜਾਂਦਾ ਹੈ। ਤਾਰਾ ਸਿੰਘ ਨੇ ਉਸ ਦੌਰ ਵਿੱਚ ਰਚਨਾ ਕੀਤੀ ਜਦੋਂ ਕਿ ਪ੍ਰੋਫੈਸਰ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੀ ਲਿਖਤ ਦਾ ਚਰਮ ਸੀਮਾ ਵਾਲਾ ਦੌਰ ਸੀ। ਉਸ ਵਿੱਚ ਵੀ ਉਸਨੇ ਆਪਣੀ ਵੱਖਰੀ ਪਹਿਚਾਣ ਆਪਣੀ ਰਚਨਾ ਦੇ ਅੱਡਰੇਪਣ ਕਾਰਨ ਸਹਿਜੇ ਹੀ ਬਣਾ ਲਈ। ਅਹਿਸਾਸ ਵੀ ਸੱਜਰੇ ਤੇ ਮੌਲਿਕਤਾ ਉਸ ਦੀ ਖਾਸੀਅਤ ਹੈ। ਆਓ ਪਹਿਲਾਂ ਝਾਤੀ ਮਾਰਦੇ ਹਾਂ ਤਾਰਾ ਸਿੰਘ ਦੇ ਜੀਵਨ ਵੱਲ, ਉਸ ਪਿੱਛੋਂ ਉਸ ਦੀ ਕਾਵ ਰਚਨਾ ਤੇ ਉਸ ਕਾਵ ਰਚਨਾ ਵਿੱਚੋਂ ਹੋ ਕੇ ਹੀ ਰਾਹ ਜਾਏਗਾ ਤਾਰਾ ਸਿੰਘ ਦੀ ਕਾਵ ਕਲਾ ਵੱਲ। ਜੀਵਨ। ਤਾਰਾ ਸਿੰਘ ਦਾ ਜੀਵਨ ਕਾਲ 1929 ਈਸਵੀ ਤੋਂ ਲੈ ਕੇ 1993 ਈਸਵੀ ਤੱਕ ਰਿਹਾ। ਉਸ ਦਾ ਜਨਮ 1929 ਈਸਵੀ ਵਿੱਚ ਪਿੰਡ ਹੁੱਕੜਾਂ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ ਦੇ ਵਿੱਚ ਹੋਇਆ। ਉਸਨੇ ਪੱਤਰਕਾਰੀ ਦਾ ਕਾਰਜ ਵੀ ਕੁਝ ਹੱਦ ਤੱਕ ਕੀਤਾ। ਇੱਕ ਕਵੀ ਵਜੋਂ ਆਪਣੀ ਜ਼ਿੰਦਗੀ 'ਚ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਹਾਸ ਰਸ ਦਾ ਨਮੂਨਾ ਜੋ ਉਸਦੀ ਰਚਨਾ ਦੀ ਇੱਕ ਹੋਰ ਵਿਸ਼ੇਸ਼ਤਾ ਹੈ, ਉਸ ਦੇ ਅਖਬਾਰ ਲੋਕ ਰੰਗ ਵਿੱਚ ਜੋ ਉਸ ਦਾ ਕਾਲਮ ਸੀ, ਹਾਸ ਰਸ ਵਾਲਾ, ਵਿਅੰਗ ਵਾਲਾ, ਤਨਜ਼ ਭਰਪੂਰ, ਉਸ ਵਿੱਚੋਂ ਵੇਖਿਆ ਜਾ ਸਕਦਾ ਹੈ। ਤਾਰਾ ਸਿੰਘ ਦੀ ਮੌਤ ਦਿੱਲੀ ਵਿਖੇ 1993 ਈਸਵੀ ਵਿੱਚ ਹੋਈ ਸੀ। ਸੋ ਜੀਵਨ ਬਾਰੇ ਥੋੜ੍ਹਾ ਜਾਣ ਲੈਣ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਤਾਰਾ ਸਿੰਘ ਦੇ ਕਾਵ ਸੰਗ੍ਰਹਿ ਬਾਰੇ। ਡਾਕਟਰ ਉਮਿੰਦਰ ਜੌਹਲ ਤਾਰਾ ਸਿੰਘ ਬਾਬਤ ਲਿਖਦਿਆਂ ਹੋਇਆਂ ਇਹ ਸਾਨੂੰ ਜਾਣਕਾਰੀ ਦਿੰਦੇ ਹਨ ਕਿ ਤਾਰਾ ਸਿੰਘ ਨੇ ਵਾਰਤਕ ਦੀਆਂ 2 ਪੁਸਤਕਾਂ ਸਰਗੋਸ਼ੀਆਂ ਤੇ ਦਰਪਣ ਬੁਲਬੁਲਿਆਂ ਦੇ ਇਹਨਾਂ ਦੀ ਰਚਨਾ ਕੀਤੀ। ਪਰ ਕਿਉਂਕਿ ਅਸੀਂ ਤਾਰਾ ਸਿੰਘ ਨੂੰ ਇੱਕ ਕਵੀ ਦੇ ਤੌਰ 'ਤੇ ਹੀ ਇੱਥੇ ਪੜ੍ਹਾਂਗੇ, ਉਸ ਬਾਰੇ ਜਾਣਾਂਗੇ ਅਤੇ ਜ਼ਿਆਦਾ ਪ੍ਰਸਿੱਧੀ ਵੀ ਕਵੀ ਤੌਰ 'ਤੇ ਹੋਈ ਹੈ, ਇਸ ਲਈ ਆਪਾਂ ਤਾਰਾ ਸਿੰਘ ਦੇ ਕਾਵ ਸੰਗ੍ਰਹਿ ਵੱਲ ਨਜ਼ਰ ਸਾਨੀ ਕਰਦੇ ਹਾਂ, ਝਾਤੀ ਮਾਰਦੇ ਹਾਂ। ਤਾਰਾ ਸਿੰਘ ਦੇ ਕਾਵ ਸੰਗ੍ਰਹਿ ਦਾ ਅਰਥ ਤੁਸੀਂ ਸਮਝਦੇ ਹੋ ਬੱਚਿਓ। ਕਾਵ ਸੰਗ੍ਰਹਿ ਹੁੰਦਾ ਹੈ ਕਵਿਤਾ ਦੀ ਕਿਤਾਬ, ਅਜਿਹੀ ਕਿਤਾਬ ਜਿਸ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਸ਼ਾਮਿਲ ਹੋਣ। ਸੋ ਤਾਰਾ ਸਿੰਘ ਦੀਆਂ ਕਵਿਤਾਵਾਂ ਵਾਲੀਆਂ ਕਿਤਾਬਾਂ ਦੇ ਨਾਂ ਵੀ ਬਹੁਤ ਹੀ ਵੱਖਰੇ ਅਤੇ ਸੋਹਣੇ ਆ। ਪਹਿਲੀ ਕਿਤਾਬ ਸਿਮ ਦੇ ਪੱਥਰ, ਦੂਸਰੀ ਮੇਘਲੇ, ਤੀਸਰੀ ਕਿਤਾਬ ਅਸੀਂ ਤੁਸੀਂ, ਚੌਥੀ ਕਿਤਾਬ ਸੂਰਜ ਦਾ ਲੈਟਰ ਬਾਕਸ, ਪੰਜਵੀਂ ਕਿਤਾਬ ਜਿਸ ਉੱਪਰ ਤਾਰਾ ਸਿੰਘ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਪ੍ਰਾਪਤ ਹੋਇਆ, ਇਹ ਕਿਤਾਬ ਦਾ ਨਾਂ ਸੀ ਕਹਿਕਸ਼ਾਂ। ਅਗਲੀ ਕਿਤਾਬ ਡੋਲਦੇ ਪਾਣੀ ਨਾਥ ਬਾਣੀ, ਇਹ ਉਸ ਤੋਂ ਅਗਲੀ ਕਿਤਾਬ ਸੀ। ਸੋ ਇਸ ਤਰ੍ਹਾਂ ਇਹ ਕਿਤਾਬਾਂ ਆਈਆਂ ਨੇ ਅਤੇ ਮੈਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਾਂਗੀ ਕਹਿਕਸ਼ਾਂ ਕਿਤਾਬ ਬਾਰੇ। ਅਤੇ ਇੱਕ ਸਵਾਲ ਤੁਹਾਡੇ ਨਾਲ
ਕਹਿਕਸ਼ਾਂ ਸ਼ਬਦ ਦਾ ਕੀ ਅਰਥ ਹੈ? ਕਹਿਕਸ਼ਾਂ ਕਹਿੰਦੇ ਹਨ ਸਤਰੰਗੀ ਪੀਂਘ ਨੂੰ। ਜਦੋਂ ਆਕਾਸ਼ ਵਿੱਚ ਸਾਨੂੰ ਮੀਂਹ ਤੋਂ ਬਾਅਦ 7 ਰੰਗਾਂ ਦੀ ਇੱਕ ਪੀਂਘ ਜਿਹੀ ਨਜ਼ਰ ਆਉਂਦੀ ਹੈ, ਉਸ ਨੂੰ ਕਹਿਕਸ਼ਾਂ ਕਿਹਾ ਜਾਂਦਾ ਹੈ। ਅਤੇ ਤਾਰਾ ਸਿੰਘ ਨੇ ਆਪਣੀ ਕਿਤਾਬ ਦਾ ਨਾਂ ਵੀ ਕਹਿਕਸ਼ਾਂ ਰੱਖਿਆ ਸੀ। ਕਾਵਿ ਸੰਗ੍ਰਹਿਾਂ ਬਾਰੇ ਗੱਲ ਕਰਨ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਤਾਰਾ ਸਿੰਘ ਦੇ ਰਚਨਾਤਮਕ ਪੱਖ ਬਾਰੇ, ਰਚਨਾਤਮਕ ਦੇਣ ਬਾਰੇ, ਸਾਹਿਤਿਕ ਯੋਗਦਾਨ ਬਾਰੇ। ਤਾਰਾ ਸਿੰਘ ਬਾਰੇ ਕੀ ਕਹਿਣਾ ਹੈ ਸਾਡੇ ਯੁੱਗ ਕਵੀ ਸੁਰਜੀਤ ਪਾਤਰ ਦਾ? ਆਓ ਸੁਣਦੇ ਹਾਂ। ਉਸਨੇ ਰੋਜ਼ੀ ਰੋਟੀ ਵਾਸਤੇ ਤਰਖਾਣਾ ਕੰਮ ਵੀ ਕੀਤਾ, ਜਿਵੇਂ ਸਾਡੇ ਬਹੁਤ ਸਾਰੇ ਭਗਤ ਕਵੀ ਕਿਰਤੀ ਸਨ। ਤਾਰਾ ਸਿੰਘ ਨੇ ਗੀਤ ਵੀ ਲਿਖੇ, ਗਜ਼ਲਾਂ ਵੀ, ਪਰ ਬਹੁਤੀਆਂ ਉਸਨੇ ਨਜ਼ਮਾਂ ਜਾਂ ਕਵਿਤਾਵਾਂ ਲਿਖੀਆਂ। ਪਰ ਉਸਦੀਆਂ ਕਵਿਤਾਵਾਂ ਪੂਰੀ ਤਰ੍ਹਾਂ ਤਾਲ ਜਾਂ ਬਹਿਰ ਵਿੱਚ ਹੁੰਦੀਆਂ ਹਨ ਅਤੇ ਉਸਦੀਆਂ ਰਚਨਾਵਾਂ ਦਾ ਵਿਸ਼ਾ ਸਾਰੀ ਜ਼ਿੰਦਗੀ ਹੈ। ਉਹਨਾਂ ਵਿੱਚ ਪੁੱਤਰ ਨੂੰ ਰੋਜ਼ੀ ਰੋਟੀ ਲਈ ਆਪਣੇ ਤੋਂ ਦੂਰ ਭੇਜ ਰਹੀ ਮਾਂ ਦਾ ਚਿਤਰਣ ਵੀ ਹੈ। ਉਹਨਾਂ ਵਿੱਚ ਨੰਨੀ ਜਿਹੀ ਸੁੱਤੀ ਹੋਈ ਬੇਟੀ ਨੂੰ ਦਿੱਤੀ ਹੋਈ ਲੋਰੀ ਵੀ ਹੈ। ਉਹਨਾਂ ਵਿੱਚ ਜਵਾਨ ਹੋ ਰਹੀ ਧੀ ਨੂੰ ਦੇਖ ਕੇ ਮਾਂ ਦੇ ਦਿਲ ਵਿੱਚੋਂ ਪੈਦਾ ਹੋ ਰਹੇ ਸੰਸੇ ਵੀ ਹਨ। ਉਹਨਾਂ ਦੀਆਂ ਰਚਨਾਵਾਂ ਵਿੱਚ ਇੱਕ ਪ੍ਰੇਮੀ ਦਾ ਅਨੁਭਵ ਵੀ ਹੈ, ਖੋਟੀ ਰਾਜਨੀਤੀ ਉੱਤੇ ਵਿਅੰਗ ਵੀ ਹੈ। ਉਹਨਾਂ ਵਿੱਚ 1984 ਵਿੱਚ ਹੋਏ ਸਿੱਖ ਕਤਲਾਮ ਦਾ ਦਰਦ ਵੀ ਹੈ। ਉਹਨਾਂ ਵਿੱਚ ਮਨੁੱਖੀ ਬਿਰਤੀਆਂ ਦੀ ਸਮਝ ਵੀ ਹੈ ਅਤੇ ਉਹਨਾਂ ਵਿੱਚ ਆਤਮ ਪੜਚੋਲ ਵੀ ਹੈ। ਤਾਰਾ ਸਿੰਘ ਦੀ ਨੀਝ ਬਹੁਤ ਤਿੱਖੀ ਸੀ ਅਤੇ ਉਹ ਆਪਣੇ ਜੀਵਨ ਅਤੇ ਰਚਨਾ ਵਿੱਚ ਬਹੁਤ ਬੇਬਾਕ ਸ਼ਖਸ ਸੀ ਅਤੇ ਉਸ ਕੋਲ ਆਪਣੇ ਅਨੁਭਵ ਨੂੰ ਬਿਆਨ ਕਰਨ ਦੀ ਭਾਸ਼ਾ ਸਮਰੱਥਾ, ਪ੍ਰਤਿਭਾ ਅਤੇ ਬੇਮਿਸਾਲ ਸ਼ਿਲਪ ਸੀ। ਉਸ ਨੇ ਬਹੁਤ ਸਾਰੇ ਅਣਕਹੇ ਨੂੰ ਵੀ ਕਿਹਾ ਹੈ। ਉਸ ਦੇ ਅਨੇਕ ਅਨੁਭਵ ਵੀ ਨਵੇਂ ਸਨ ਅਤੇ ਉਹਨਾਂ ਅਨੁਭਵਾਂ ਦੇ ਇਜ਼ਹਾਰ, ਪ੍ਰਗਟਾਵੇ ਉਹ ਵੀ ਬਿਲਕੁਲ ਨਵੇਂ ਅਤੇ ਅਣਛੋਹ ਸਨ। ਮੈਨੂੰ ਕਾਫੀ ਵਾਰ ਉਸ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਹ ਬਹੁਤ ਹਸਮੁਖ, ਹਾਜ਼ਰ ਜਵਾਬ ਅਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਬਹੁਤ ਬੇਬਾਕ ਇਨਸਾਨ ਸੀ। ਉਸ ਦੇ ਵਿਅੰਗ ਭਰੇ ਲਤੀਫੇ ਵੀ ਬੜੇ ਮਸ਼ਹੂਰ ਸਨ। ਉਹ ਅਕਸਰ ਰੰਗਦਾਰ ਪੱਗ ਬੰਨ੍ਹਦਾ ਸੀ। ਇੱਕ ਦਿਨ ਚਿੱਟੀ ਬੰਨ੍ਹੀ ਹੋਈ ਪੱਗ ਦੇਖ ਕੇ ਕਿਸੇ ਨੇ ਪੁੱਛਿਆ, ਤਾਰਾ ਸਿੰਘ ਜੀ ਅੱਜ ਚਿੱਟੀ ਕਿਉਂ ਬੰਨ੍ਹ ਲਈ? ਤਾਰਾ ਸਿੰਘ ਕਹਿਣ ਲੱਗਾ, ਮੈਂ ਅਜੇ ਫੈਸਲਾ ਨਹੀਂ ਕੀਤਾ ਕਿ ਨੀਲੀ ਰੰਗਾਵਾਂ ਕਿ ਲਾਲ ਜਾਂ ਚਿੱਟੀ ਹੀ ਰਹਿਣ ਦਿਆਂ। ਉਹ ਚੋਣਾਂ ਦੇ ਦਿਨ ਸਨ। ਤਾਰਾ ਸਿੰਘ ਦਾ ਇਸ਼ਾਰਾ ਵੱਖ-ਵੱਖ ਰਾਜਸੀ ਪਾਰਟੀਆਂ ਵੱਲ ਸੀ। ਸੋ ਸਮੁੱਚੇ ਤੌਰ 'ਤੇ ਮੈਂ ਸਮਝਦਾ ਕਿ ਤਾਰਾ ਸਿੰਘ ਦੀ ਪੰਜਾਬੀ ਕਵਿਤਾ ਨੂੰ ਇੱਕ ਬਹੁਤ ਵੱਡੀ ਦੇਣ ਆ ਕਿ ਉਹ ਉਹਦੇ ਵਿੱਚ ਬਹੁਤ ਇੱਕ ਸੱਜਰਾਪਨ ਔਰ ਤਿੱਖਾਪਨ ਔਰ ਅਨੁਭਵ ਦੀ ਗਹਿਰਾਈ ਸੀ, ਇੱਕ ਹਕੀਕਤ ਪਸੰਦੀ ਸੀ ਔਰ ਇਹ ਸਭ ਕੁਝ ਦੇ ਨਾਲ ਉਹ ਬਹੁਤ ਸੁਹਜ ਭਰਿਆ, ਸੰਗੀਤ ਭਰਿਆ, ਤਾਲ ਭਰਿਆ ਕਵੀ ਸੀ। ਉਸਦੀ ਕੋਈ ਵੀ ਸਤਰ ਤੁਹਾਨੂੰ ਕਵਿਤਾ ਤੋਂ ਹੀਣੀ ਜਾਂ ਨੀਰਸ ਨਹੀਂ ਲੱਗਦੀ ਜਾਂ ਸਿਰਫ ਐਵੇਂ ਲਿਖਣ ਲਈ ਲਿਖੀ ਗਈ ਨਹੀਂ ਲੱਗਦੀ। ਬਸ ਕੁਛ ਇਹਨਾਂ ਸ਼ਬਦਾਂ ਨਾਲ ਮੈਂ ਉਸ ਅਜ਼ੀਮ ਸ਼ਾਇਰ ਨੂੰ ਆਪਣਾ ਪਿਆਰ ਔਰ ਸਤਿਕਾਰ ਪ੍ਰਗਟ ਕਰਦਾ। ਸਾਹਿਤਿਕ ਯੋਗਦਾਨ ਅਧੀਨ ਪੜਚੋਲ ਕਰਦੇ ਹਾਂ ਤਾਰਾ ਸਿੰਘ ਦੀ ਸਮੁੱਚੀ ਸਾਹਿਤਿਕ ਦੇਣ ਬਾਰੇ। ਸਾਹਿਤਿਕ ਯੋਗਦਾਨ ਨੂੰ ਅਸੀਂ 2 ਭਾਗਾਂ ਵਿੱਚ ਵੰਡ ਸਕਦੇ ਹਾਂ।
ਪਹਿਲਾ ਪੱਖ ਹੁੰਦਾ ਜਿਸ ਵਿੱਚ ਅਸੀਂ ਇਹ ਪਰਖਦੇ ਹਾਂ ਕਿ ਕਵੀ ਨੇ ਕੀ ਕਿਹਾ ਹੈ, ਉਸ ਦੇ ਵਿਚਾਰ ਕੀ ਹਨ, ਕਿਹੋ ਜਿਹੇ ਭਾਵ ਕਵਿਤਾ ਵਿੱਚ ਪੇਸ਼ ਕੀਤੇ ਗਏ ਹਨ। ਇਸ ਨੂੰ ਕਿਹਾ ਜਾਂਦਾ ਹੈ ਵਿਸ਼ਾ ਪੱਖ। ਸੋ ਸਾਹਿਤਿਕ ਯੋਗਦਾਨ ਦਾ ਪਹਿਲਾ ਭਾਗ ਹੈ ਵਿਸ਼ੇ ਪੱਖੋਂ ਯੋਗਦਾਨ, ਅਤੇ ਦੂਸਰਾ ਪੱਖ ਹੈ ਕਿ ਕਵੀ ਨੇ ਕਿਹੜੇ ਢੰਗ ਨਾਲ ਕਿਹਾ ਹੈ, ਕਿਵੇਂ ਕਿਹਾ ਹੈ, ਕਿਸ ਅੰਦਾਜ਼ ਨਾਲ ਆਪਣੇ ਵਿਚਾਰ ਤੇ ਭਾਵ ਪ੍ਰਗਟ ਕੀਤੇ ਹਨ। ਉਹ ਹੁੰਦਾ ਹੈ ਇਸ ਦਾ ਰੂਪਕ ਪੱਖ ਜਾਂ ਕਲਾਤਮਕ ਪੱਖ। ਸੋ ਦੂਸਰਾ ਪੱਖ ਹੋਏਗਾ ਕਲਾਤਮਕ ਯੋਗਦਾਨ ਜਾਂ ਰੂਪਕ ਪੱਖੋਂ ਯੋਗਦਾਨ। ਸਭ ਤੋਂ ਪਹਿਲਾਂ ਆਪਾਂ ਵਿਸ਼ੇ ਪੱਖੋਂ ਯੋਗਦਾਨ ਦੀ ਗੱਲ ਕਰਦੇ ਹਾਂ ਤੇ ਤਾਰਾ ਸਿੰਘ ਦੀ ਕਵਿਤਾ ਦੇ ਮੁੱਖ ਵਿਸ਼ੇ ਕਿਹੜੇ-ਕਿਹੜੇ ਬਣੇ। ਇਹ ਹਨ ਰੋਮਾਂਸਵਾਦ, ਪ੍ਰਗਤੀਵਾਦ, ਸਮਾਜਿਕ ਚਿਤਰਣ, ਕੁਦਰਤ ਦਾ ਚਿਤਰਣ, ਸੱਭਿਆਚਾਰਕ ਚਿਤਰਣ ਤੇ ਰਿਸ਼ਤਿਆਂ ਦਾ ਮਹੱਤਵ। ਰੋਮਾਂਸਵਾਦ ਵਿੱਚ ਪਿਆਰ ਮੁਹੱਬਤ ਦੀ ਗੱਲ ਹੁੰਦੀ ਹੈ, ਸੰਸਾਰਕ ਮਰਦ ਔਰਤ ਪ੍ਰੇਮ ਦੀ ਗੱਲ ਹੁੰਦੀ ਹੈ, ਹੁਸਨ ਦਾ ਵਰਣਨ ਹੁੰਦਾ ਹੈ, ਖੂਬਸੂਰਤੀ ਲਈ ਖਿੱਚ, ਕੋਈ ਬੀਤੇ ਸਮੇਂ ਦੀ ਯਾਦ, ਕੋਈ ਨਿਰਾਸ਼ਾਵਾਦੀ ਆਲਮ, ਕੁਦਰਤ ਦਾ ਖੂਬਸੂਰਤੀ ਦਾ ਚਿਤਰਣ। ਤਾਰਾ ਸਿੰਘ ਦੀ ਰਚਨਾ ਉਸ ਦੇ ਵਿੱਚੋਂ ਵੀ ਰੋਮਾਂਸਵਾਦੀ ਰੰਗ ਸਾਨੂੰ ਗਾਹੇ ਬਗਾਹੇ ਨਜ਼ਰ ਆ ਹੀ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਅਜੇ ਹਨ ਸ਼ਾਸਕਾਂ ਦੇ ਦਿਨ, ਤਸੱਲੀ ਹੈ ਕਿ ਆਉਣੇ ਨੇ ਇੱਕ ਦਿਨ ਆਸ਼ਕਾਂ ਦੇ ਦਿਨ। ਅਗਲਾ ਵਿਸ਼ਾ ਹੈ ਪ੍ਰਗਤੀਵਾਦ। ਪ੍ਰਗਤੀਵਾਦ ਦਾ ਅਰਥ ਹੈ ਪ੍ਰਗਤੀ ਜਾਂ ਉੱਨਤੀ ਜਾਂ ਤਰੱਕੀ ਦੀ ਗੱਲ ਕਰਨੀ। ਸਮਾਜ ਦਾ ਜੋ ਵੀ ਵਰਗ ਪਛੜਿਆ ਹੋਇਆ ਹੈ, ਚਾਹੇ ਉਹ ਕਿਰਤੀ ਕਾਮੇ ਮਜ਼ਦੂਰ ਹਨ, ਚਾਹੇ ਔਰਤਾਂ ਹਨ, ਜਿਨ੍ਹਾਂ ਨੂੰ ਵੀ ਦਬਾਇਆ ਜਾਂਦਾ ਹੈ, ਜਿਨ੍ਹਾਂ ਉੱਪਰ ਵੀ ਸ਼ੋਸ਼ਣ ਕੀਤਾ ਜਾਂਦਾ ਹੈ, ਉਹਨਾਂ ਸਾਰਿਆਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਲਾਮਬੰਦ ਕਰਕੇ, ਜਾਗਰਤ ਕਰਕੇ, ਸੁਚੇਤ ਕਰਕੇ ਅੱਗੇ ਵਧਣ ਦੀ ਪ੍ਰੇਰਨਾ ਦੇਣੀ। ਇੱਕ ਉਦਾਹਰਨ ਜਿਸ ਵਿੱਚ ਆਸ਼ਾਵਾਦ ਵੀ ਹੈ, ਸੰਘਰਸ਼ ਦੀ ਗੱਲ ਵੀ ਹੈ, ਇਸ ਵਿੱਚ ਜ਼ੁਲਮ ਨੂੰ ਰੋਕਣ ਦੀ ਗੱਲ ਵੀ ਹੈ। ਇਹ ਵੇਖੋ ਨਮੂਨਾ। ਜੇ ਹੰਝੂ ਡੱਕ ਨਾ ਹੋਏ ਤਾਂ ਜ਼ਾਰੋ ਜ਼ਾਰ ਰੋਵਾਂਗੇ, ਜੇ ਹੰਝੂ ਡੱਕ ਨਾ ਹੋਏ ਤਾਂ ਜ਼ਾਰੋ ਜ਼ਾਰ ਰੋਵਾਂਗੇ, ਸੁਰਖ ਅੰਗਿਆਰ ਹੋਵਾਂਗੇ, ਬੜੇ ਖੂੰਖਾਰ ਹੋਵਾਂਗੇ। ਅਸੀਂ ਫਿਰ ਹੱਥ ਨਹੀਂ ਰਹਿਣਾ, ਅਸੀਂ ਫਿਰ ਹੱਥ ਨਹੀਂ ਰਹਿਣਾ, ਅਸੀਂ ਹਥਿਆਰ ਹੋਵਾਂਗੇ, ਅਸੀਂ ਹਥਿਆਰ ਹੋਵਾਂਗੇ। ਅਗਲਾ ਵਿਸ਼ਾ ਹੈ ਸਮਾਜਿਕ ਚਿਤਰਣ। ਹਰ ਕਵੀ ਆਪੋ ਆਪਣੇ ਸਮਾਜ ਦੀ ਦਸ਼ਾ ਨੂੰ, ਆਪਣੇ ਆਲੇ ਦੁਆਲੇ ਵਰਤਦੇ ਹੋਏ ਨਜ਼ਾਰਿਆਂ ਨੂੰ, ਹਾਲਾਤਾਂ ਨੂੰ ਆਪਣੀ ਕਲਮ ਰਾਹੀਂ ਪੇਸ਼ ਕਰਦਾ ਹੈ ਅਤੇ ਕਵੀ ਦਾ ਮੁੱਢਲਾ ਫਰਜ਼ ਵੀ ਹੁੰਦਾ ਹੈ ਕਿ ਆਲੇ ਦੁਆਲੇ ਜੇ ਬੁਰਾਈਆਂ ਹਨ, ਜ਼ੁਲਮ ਹੈ, ਤਾਂ ਉਸ ਨੂੰ ਪੇਸ਼ ਕਰਨਾ ਚਾਹੀਦਾ ਹੈ। ਤਾਰਾ ਸਿੰਘ ਨੇ ਬੜੇ ਪ੍ਰਤੀਕਮਈ ਢੰਗ ਨਾਲ ਆਪਣੀ ਇੱਕ ਬਹੁਤ ਹੀ ਚਰਚਿਤ ਰਚਨਾ ਕਾਹਨੂੰ ਬਾਲਦੈਂ ਬਨੇਰਿਆਂ ਤੇ ਮੋਮਬੱਤੀਆਂ, ਲੰਘ ਜਾਣ ਦੇ ਬਾਜ਼ਾਰ 'ਚੋਂ ਹਵਾਵਾਂ ਤੱਤੀਆਂ, ਇਸ ਰਚਨਾ ਦੇ ਜ਼ਰੀਏ ਇਹ ਸਮਾਜਿਕ ਚਿਤਰਣ ਕੀਤਾ। ਕਾਹਨੂੰ ਬਾਲਦੈਂ ਬਨੇਰਿਆਂ ਮੋਮਬੱਤੀਆਂ, ਕਾਹਨੂੰ ਬਾਲਦੈਂ ਬਨੇਰਿਆਂ ਤੇ ਮੋਮਬੱਤੀਆਂ, ਲੰਘ ਜਾਣ ਦੇ ਬਾਜ਼ਾਰ ਚੋਂ ਹਵਾਵਾਂ ਤੱਤੀਆਂ, ਲੰਘ ਜਾਣ ਦੇ ਬਾਜ਼ਾਰ ਚੋਂ ਹਵਾਵਾਂ ਤੱਤੀਆਂ, ਹਵਾਵਾਂ ਤੱਤੀਆਂ, ਕਾਹਨੂੰ ਬਾਲਦੈਂ ਬਨੇਰਿਆਂ ਤੇ। ਤਾਰਾ ਸਿੰਘ ਦੀ ਕਵਿਤਾ ਦਾ ਅਗਲਾ ਵਿਸ਼ਾ ਹੈ ਕੁਦਰਤ ਦਾ ਚਿਤਰਣ। ਤੁਸੀਂ ਆਪਣੇ ਪਾਠਕ੍ਰਮ ਵਾਲੀ ਆਪਣੀ ਪਾਠ ਪੁਸਤਕ ਦੀ ਕਵਿਤਾ ਭਾਰੀਆਂ ਪੰਡਾਂ ਦੇ ਵਿੱਚੋਂ ਹੀ ਗੌਰ ਨਾਲ ਵੇਖੋ ਇਹ ਨਮੂਨਾ। ਬੱਦਲਾ ਵੇ ਬੱਦਲਾ, ਦੋ ਪਲ ਤੂੰ ਵਰ ਜਾਣਾ, ਨਿੱਕੀ ਜਿਹੀ ਉਮਰਾ ਝੇੜਾ ਨਾ ਝਾਂਜਾ, ਕਿਣ ਮਿਣ ਕਰ ਤੁਰ ਜਾਣਾ।
ਤਾਂ ਬਿਲਕੁਲ ਜਿਹੜਾ ਬੱਦਲ ਹੈ, ਕਿਸ ਤਰ੍ਹਾਂ ਮੀਂਹ ਪੈਂਦਾ ਤੇ ਉਹ ਤੋਂ ਸਾਨੂੰ ਕੀ ਪੈਗਾਮ ਮਿਲਦਾ, ਮੀਂਹ ਪਾਉਂਦੇ ਨੇ ਤੇ ਉਸ ਦੇ ਨਾਲ ਲੋਕਾਂ ਨੂੰ ਖੁਸ਼ੀ ਮਿਲਦੀ ਹੈ। ਇਸ ਤਰ੍ਹਾਂ ਦਾ ਸਾਡਾ ਵੀ ਜੀਵਨ ਹੋਣਾ ਚਾਹੀਦਾ। ਕਵੀ ਨੇ ਉਦਾਹਰਣ ਦਿੱਤੀ ਹੈ ਪ੍ਰਕਿਰਤੀ ਦੇ ਜ਼ਰੀਏ। ਅਗਲਾ ਨੁਕਤਾ ਹੈ ਸੱਭਿਆਚਾਰਕ ਚਿਤਰਣ। ਤਾਰਾ ਸਿੰਘ ਦੀ ਰਚਨਾ ਵਿੱਚ ਸਿੱਧੇ ਤੌਰ 'ਤੇ ਵੀ ਤੇ ਅਸਿੱਧੇ ਤੌਰ 'ਤੇ ਵੀ ਸੱਭਿਆਚਾਰ ਦਾ ਬੜਾ ਸੂਖਮ ਤੇ ਮਜ਼ਬੂਤ ਚਿਤਰਣ ਹੋਇਆ ਮਿਲਦਾ ਹੈ। ਖਾਸ ਕਰਕੇ ਪੰਜਾਬੀ ਸੱਭਿਆਚਾਰਕ ਰਿਸ਼ਤਿਆਂ ਦੀ ਜੇ ਗੱਲ ਕਰੀਏ ਤਾਂ ਤਾਰਾ ਸਿੰਘ ਨੇ ਬੜੀ ਹੀ ਸੂਖਮਤਾ ਨਾਲ, ਕਲਾਮਈ ਢੰਗ ਨਾਲ ਇਹਨਾਂ ਨੂੰ ਪੇਸ਼ ਕੀਤਾ ਹੈ। ਅਗਰ ਤੁਸੀਂ ਉਸ ਦੀ ਕਵਿਤਾ ਤੇ ਹੁਣ ਨੂੰ ਪੜ੍ਹੋ, ਇਸ ਮੌਕੇ 'ਤੇ ਮੈਂ ਸਕਰੀਨ 'ਤੇ ਤੁਹਾਨੂੰ ਨਹੀਂ ਦਿਖਾ ਰਹੀ ਤਾਂ ਕਿ ਤੁਹਾਡਾ ਇਸ ਪ੍ਰਤੀ ਹੋਰ ਵੀ ਰੁਝਾਨ ਵਧੇ। ਉਸ ਕਵਿਤਾ ਦੇ ਵਿੱਚ ਮਾਂ ਪੁੱਤ ਦੇ ਰਿਸ਼ਤੇ, ਪੁੱਤਰ ਤੇ ਪਿਤਾ ਦੇ ਰਿਸ਼ਤੇ, ਭੈਣ ਭਰਾ ਦੇ ਰਿਸ਼ਤੇ, ਭਰਾਵਾਂ ਦੇ ਆਪਸੀ ਰਿਸ਼ਤੇ, ਅੱਗੋਂ ਭਤੀਜੇ ਦੇ ਨਾਲ ਚਾਚੇ ਦਾ ਰਿਸ਼ਤਾ ਕੀ ਹੈ, ਇਹਨਾਂ ਸਾਰਿਆਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ ਤੇ ਨਾਲ ਨਾਲ ਸਾਡਾ ਆਪਣੀ ਮਿੱਟੀ ਨਾਲ, ਆਪਣੇ ਵਤਨ ਦੀ ਮਿੱਟੀ ਨਾਲ ਕੀ ਰਿਸ਼ਤਾ ਹੈ ਉਹ ਵੀ ਪੇਸ਼ ਕੀਤਾ ਹੈ। ਹੋਰ ਵੀ ਕੁਝ ਕਵਿਤਾਵਾਂ ਨੇ, ਜਿਵੇਂ ਲੋਰੀ ਕਵਿਤਾ, ਉਹਦੇ ਵਿੱਚ ਵੀ ਵੱਖ-ਵੱਖ ਰਿਸ਼ਤਿਆਂ ਦਾ ਮਹੱਤਵ ਦੱਸਿਆ ਗਿਆ, ਕਿਉਂਕਿ ਪੰਜਾਬੀ ਸੱਭਿਆਚਾਰ ਵਿੱਚ ਪਿਤਾ ਕਮਾਈਆਂ ਕਰਕੇ ਲਿਆਉਂਦਾ, ਪਦਾਰਥਕ ਸੁੱਖ ਦਿੰਦਾ, ਮਾਂ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਹੀ, ਜ਼ਿੰਦਗੀ ਹੀ ਨਿਛਾਵਰ ਕੁਰਬਾਨ ਕਰ ਦਿੰਦੀ ਹੈ ਬੱਚੇ ਤੋਂ, ਉਸ ਨੂੰ ਹਰ ਤਰ੍ਹਾਂ ਦਾ ਸਰੀਰਕ, ਮਾਨਸਿਕ, ਆਤਮਿਕ, ਸਮਾਜਿਕ ਸੁੱਖ ਦਿੰਦੀ ਆ ਤੇ ਉਸ ਨੰਨੀ ਜਿਹੀ ਕੁੜੀ ਦਾ ਭਰਾ ਉਸ ਲਈ ਸੁਰੱਖਿਆ ਦਾ ਕਾਰਨ ਬਣਦਾ, ਉਹਨੂੰ ਸੁਰੱਖਿਆ ਦਾ ਸੁੱਖ ਦਿੰਦਾ। ਤਾਂ ਇਸ ਤਰ੍ਹਾਂ ਨਾਲ ਪੰਜਾਬੀ ਰਿਸ਼ਤਾ ਨਾਤਾ ਪ੍ਰਣਾਲੀ ਨੂੰ ਪੇਸ਼ ਕੀਤਾ ਗਿਆ। ਕਵਿਤਾ ਹੈ ਲੋਰੀ। ਅੱਜ ਜਿਵੇਂ ਕਿ ਪੰਜਾਬੀਆਂ ਦਾ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਗਿਆ ਹੈ, ਇਸ ਮੌਕੇ ਜਦੋਂ ਵੀ ਕੋਈ ਪੁੱਤ ਧੀ ਦਿੱਲੀ ਦੇ ਏਅਰਪੋਰਟ 'ਤੇ ਜਾਂਦਾ ਹੈ ਤਾਂ ਉਸ ਮੌਕੇ 'ਤੇ ਉਸ ਦੇ ਨਾਲ ਨਾਲ ਤੁਰਦੀ ਹੈ ਤਾਰਾ ਸਿੰਘ ਦੀ ਕਵਿਤਾ ਤੇ ਹੁਣ, ਤੇ ਨਾਲ ਹੀ ਆਪਣੇ ਤੋਰ ਲੈਂਦੀ ਹੈ ਉਸ ਦੀ ਮਾਂ ਦੇ ਅਣਗਿਣਤ ਹੰਝੂਆਂ ਨੂੰ, ਉਸ ਦੇ ਬਾਪ ਦੇ ਅਣਦਿਸਦੇ ਹੰਝੂਆਂ ਨੂੰ। ਬੱਚਿਓ, ਹੁਣ ਗੱਲ ਕਰਦੇ ਹਾਂ ਰੂਪਕ ਯੋਗਦਾਨ ਦੀ। ਤਾਰਾ ਸਿੰਘ ਦੀ ਰਚਨਾ ਨੂੰ ਹੁਣ ਆਪਾਂ ਕਲਾਮਈ ਪੱਖ ਤੋਂ ਵਾਚਾਂਗੇ ਤੇ ਰੂਪਕ ਪੱਖੋਂ ਕਿਹੜੇ-ਕਿਹੜੇ ਪਹਿਲੂ ਹਨ ਜਿਨ੍ਹਾਂ ਦੇ ਆਧਾਰ 'ਤੇ ਅਸੀਂ ਕਿਸੇ ਰਚਨਾ ਨੂੰ ਪਰਖਦੇ ਹਾਂ, ਉਸ ਰਚਨਾ ਦਾ ਮਹੱਤਵ ਸਮਝਦੇ ਹਾਂ। ਇਹ ਹਨ ਜੀ ਵਿਸ਼ੇ ਬੋਲੀ, ਸ਼ੈਲੀ, ਅਲੰਕਾਰ, ਰਸ, ਬਿੰਬ, ਪ੍ਰਤੀਕ। ਮੁੱਖ ਤੌਰ 'ਤੇ ਇਹਨਾਂ ਦੇ ਆਧਾਰ 'ਤੇ ਅਸੀਂ ਰਚਨਾ ਨੂੰ ਪਰਖਦੇ ਹਾਂ। ਸੋ ਸਭ ਤੋਂ ਪਹਿਲਾਂ ਹੈ ਬੋਲੀ। ਕਿਉਂਕਿ ਕਵਿਤਾ ਸਾਹਿਤ ਦਾ ਰੂਪ ਹੈ, ਕਵਿਤਾ ਵੀ ਸ਼ਬਦ ਰਚਨਾ ਹੈ, ਸ਼ਬਦਾਂ ਦੇ ਆਧਾਰ 'ਤੇ ਹੀ ਕਵਿਤਾ ਉਸਰਦੀ ਹੈ। ਸੋ ਕਿਉਂਕਿ ਤਾਰਾ ਸਿੰਘ ਸੋਹਜਵਾਦੀ ਕਵੀ ਸੀ, ਉਸਨੇ ਸਮਾਜ ਵਿੱਚ ਕੋਝ ਨੂੰ ਮਿਟਾ ਕੇ ਸੋਹਜ ਲਿਆਉਣ ਦਾ ਯਤਨ ਕੀਤਾ। ਉਸ ਦੀ ਰਚਨਾ ਦੇ ਵਿੱਚ ਸੁੰਦਰ ਸ਼ਬਦ ਵਰਤੇ ਗਏ ਆ, ਇਸ ਲਈ ਉਸ ਦੀ ਬੋਲੀ ਲਾਮਿਸਾਲ ਹੈ। ਉਦਾਹਰਨ ਦੇ ਤੌਰ 'ਤੇ ਅੱਖਾਂ ਐਵੇਂ ਤਾਂ ਨਹੀਂ ਝੱਲੀਆਂ, ਐਵੇਂ ਤਾਂ ਨਹੀਂ ਮੋਈਆਂ, ਅੱਖਾਂ ਐਵੇਂ ਤਾਂ ਨਹੀਂ ਝੱਲੀਆਂ, ਐਵੇਂ ਤਾਂ ਨਹੀਂ ਮੋਈਆਂ, ਕਦੇ ਸਾਰਾ ਦਿਨ ਰੋਈਆਂ, ਕਦੇ ਸਾਰੀ ਰਾਤ ਰੋਈਆਂ, ਅੱਖਾਂ ਐਵੇਂ ਤਾਂ ਨਹੀਂ ਝੱਲੀਆਂ, ਐਵੇਂ ਤਾਂ ਨਹੀਂ ਮੋਈਆਂ। ਅੱਗੇ ਗੱਲ ਕਰਦੇ ਹਾਂ ਸ਼ੈਲੀ ਦੀ। ਸ਼ੈਲੀ ਤੋਂ ਭਾਵ ਹੈ ਢੰਗ, ਤਰੀਕਾ। ਤਾਰਾ ਸਿੰਘ ਦੀ ਕਵਿਤਾ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਸ ਵਿੱਚ ਵੀ ਖੂਬਸੂਰਤ ਸ਼ੈਲੀ ਵਰਤੀ ਗਈ ਆ। ਕਿਤੇ ਉਹ ਸ਼ੈਲੀ ਨਾਟਕੀ ਹੋ ਜਾਂਦੀ ਆ ਤੇ ਕਿਤੇ ਅੰਦਾਜ਼ ਅਜਿਹਾ ਹੁੰਦਾ ਜਿਹੜਾ ਕਿ ਉਦਾਹਰਨ ਦੇ ਰਾਹੀਂ ਸਾਨੂੰ ਬਹੁਤ ਕੁਝ ਸਿਖਾਉਂਦਾ। ਵੱਡੀਆਂ ਉਮਰਾਂ ਭਾਰੀਆਂ ਪੰਡਾਂ, ਕੋਈ ਚੁਕਾਵੇ ਤਾਂ ਚੁੱਕੀਏ, ਨਿੱਕੀ ਉਮਰ ਪਾਉਣ ਦਾ ਝੋਂਕਾ, ਝੇੜਿਓਂ ਪਹਿਲਾਂ ਮੁੱਕੀਏ। ਹੁਣ ਵੱਡੀ ਉਮਰ ਨੂੰ ਭਾਰੀ ਪੰਡ ਦੀ ਤੁਲਨਾ, ਤਸ਼ਬੀਹ ਦੇ ਦਿੱਤੀ ਆ, ਉਦਾਹਰਨ ਦਿੱਤੀ ਹੈ ਕਿ ਜਿਵੇਂ ਭਾਰੀ ਪੰਡ ਨੂੰ ਕੋਈ ਚੁਕਾਉਂਦਾ ਅਸੀਂ ਤਾਂ ਚੁੱਕ ਸਕਦੇ ਹਾਂ, ਉਵੇਂ ਹੀ ਜਦੋਂ ਅਸੀਂ ਬਹੁਤ ਵੱਡੀ ਉਮਰ 'ਚ ਹੋ ਜਾਂਦੇ ਹਾਂ
ਤਾਂ ਸਾਡੀ ਉਮਰ ਹੀ ਸਾਡੇ ਲਈ ਬੋਝਲ ਹੋ ਜਾਂਦੀ ਆ। ਅਸੀਂ ਕਿਸੇ 'ਤੇ ਨਿਰਭਰ ਕਰਨ ਲੱਗ ਜਾਂਦੇ ਹਾਂ, ਕਿਸੇ ਦੇ ਗੋਚਰੇ ਹੋ ਜਾਂਦੇ ਹਾਂ। ਜਦ ਕਿ ਜਿਹੜੀ ਛੋਟੀ ਉਮਰ ਹੁੰਦੀ ਹੈ ਉਹਦੇ ਵਿੱਚ ਅਸੀਂ ਹਵਾ ਦੇ ਬੁੱਲੇ ਵਾਂਗ, ਪੌਣ ਦੇ ਝੋਂਕੇ ਵਾਂਗ ਆਪਣੇ ਆਪ ਹੀ ਮੁੱਕ ਜਾਂਦੇ ਹਾਂ। ਕੋਈ ਬਹੁਤਾ ਦੁੱਖ ਦਰਦ ਨਹੀਂ ਸਹਿਣਾ ਪੈਂਦਾ। ਸੋ ਵੱਡੀਆਂ ਉਮਰਾਂ ਦੀ ਥਾਂ 'ਤੇ ਛੋਟੀਆਂ ਉਮਰਾਂ ਨੂੰ ਤਰਜੀਹ ਦਿੱਤੀ ਹੈ, ਬਸ਼ਰਤੇ ਉਹ ਉਮਰਾਂ ਸਾਰਥਕ ਹੋਣ, ਚੰਗੀਆਂ ਹੋਣ। ਅਲੰਕਾਰ। ਅਲੰਕਾਰ ਕਵਿਤਾ ਦੇ ਗਹਿਣੇ ਹੁੰਦੇ ਹਨ। ਜਿਵੇਂ ਗਹਿਣੇ ਜਾਂ ਜ਼ੇਵਰ ਸਾਨੂੰ ਸਜਾਉਂਦੇ ਹਨ, ਸਾਡੀ ਸੁੰਦਰਤਾ ਨੂੰ ਹੋਰ ਵਧਾ ਦਿੰਦੇ ਹਨ, ਬਿਲਕੁਲ ਉਸੇ ਤਰ੍ਹਾਂ ਕਵਿਤਾ ਨੂੰ ਸਜਾਉਣ ਲਈ ਜਿਹੜੇ ਢੰਗ, ਤਰੀਕੇ, ਜੁਗਤਾਂ ਵਰਤੀਆਂ ਜਾਂਦੀਆਂ ਹਨ ਉਹਨਾਂ ਨੂੰ ਅਲੰਕਾਰ ਕਿਹਾ ਜਾਂਦਾ ਹੈ। ਤਾਰਾ ਸਿੰਘ ਦੀ ਰਚਨਾ ਦੇ ਵਿੱਚੋਂ ਆਪਾਂ ਅਲੰਕਾਰ ਦੀ ਉਦਾਹਰਨ ਦੇਖਦੇ ਹਾਂ। ਇਹ ਵੇਖੋ, ਵੱਡੀਆਂ ਉਮਰਾਂ ਦੇ ਦੁੱਖ ਵਡੇਰੇ ਸੂਰਜ ਵਾਂਗ ਜਲੰਦੇ। ਸੋ ਜਿਹੜੀ ਵੱਡੀ ਉਮਰ ਹੈ ਉਸ ਦੇ ਦੁੱਖ ਵੀ ਵੱਡੇ ਹੀ ਹੁੰਦੇ ਆ। ਤੇ ਕਵੀ ਨੇ ਸੂਰਜ ਦੀ ਉਦਾਹਰਨ ਦੇ ਕੇ ਆਪਣੀ ਗੱਲ ਕਹੀ ਹੈ। ਹੁਣ ਗੱਲ ਕਰਦੇ ਹਾਂ ਰਸ ਦੀ। ਰਸ ਤੋਂ ਅਰਥ ਹੁੰਦਾ ਹੈ ਕਿ ਸਾਡੇ ਮਨ ਦੇ ਪਰਪੱਕ ਜਾਂ ਪੱਕੇ ਮਨੋਭਾਵ, ਅਜਿਹੇ ਭਾਵ ਜੋ ਸਾਡੇ ਮਨ ਵਿੱਚ ਸ਼ਾਂਤ ਪਏ ਹੁੰਦੇ ਹਨ। ਜਿਵੇਂ ਕਿ ਸਾਡੇ ਮਨ ਵਿੱਚ ਪਿਆਰ ਦਾ ਭਾਵ ਵੀ ਹੈ, ਗੁੱਸੇ ਦਾ, ਨਫ਼ਰਤ ਦਾ, ਡਰ ਦਾ, ਹਾਸੇ ਦਾ, ਬਹੁਤ ਸਾਰੇ ਭਾਵ ਸਾਡੇ ਮਨ ਵਿੱਚ ਸ਼ਾਂਤ ਪਏ ਹਨ। ਅਗਰ ਤੁਸੀਂ ਕੋਈ ਉਦਾਸ ਜਿਹਾ ਗੀਤ ਸੁਣ ਲਓ, ਕੋਈ ਫਿਲਮ ਉਦਾਸੀ ਵਾਲੀ ਦੇਖ ਲਓ, ਜਾਂ ਫਿਰ ਤੁਸੀਂ ਸਮਾਜ 'ਚ ਵਿਚਰਦਿਆਂ ਮੰਨ ਲਓ ਕਿਸੇ ਕੁੜੀ ਦੇ ਡੋਲੀ ਤੁਰਨ ਦਾ ਸਮਾਂ ਉੱਥੇ ਹੋ, ਤਾਂ ਤੁਸੀਂ ਸਾਰੇ ਹੀ ਰੋ ਪੈਂਦੇ ਹੋ। ਹਾਸੇ ਵਾਲਾ ਚੁਟਕਲਾ ਸੁਣ ਕੇ ਹੱਸ ਪੈਂਦੇ ਹੋ। ਸੋ ਇਹ ਵੀ ਰਸ ਹੀ ਹੈ। ਤਾਰਾ ਸਿੰਘ ਦੀ ਰਚਨਾ ਦੇ ਵਿੱਚੋਂ ਉਦਾਹਰਨ ਲੈਂਦੇ ਹਾਂ ਆਪਾਂ ਉਸ ਕਵਿਤਾ ਦੀ ਗੱਲ ਕਰਦੇ ਹਾਂ ਜਿਹੜੀ ਕਿ ਸਾਡੇ ਅੰਦਰ ਤਰਸ, ਦੁੱਖ ਦਾ ਭਾਵ ਜਗਾਏਗੀ। ਕਵਿਤਾ ਤੇ ਹੁਣ, ਜਿਸ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਉਸ ਵਿੱਚ ਪਰਦੇਸ ਜਾ ਰਹੇ ਪੁੱਤਰ ਦਾ ਤੇ ਉਸਦੀ ਮਾਂ ਦਾ ਦਰਦ ਹੈ। ਜਦੋਂ ਪਹਿਲੀ ਵਾਰ ਪਰਦੇਸ ਜਾਂਦਾ ਤਾਂ ਮਾਂ ਰੋਂਦੀ ਹੋਈ ਉਸ ਨੂੰ ਵਿਦਾ ਕਰਦੀ ਹੈ, ਅਤੇ ਜਦੋਂ ਦੂਸਰੀ ਵਾਰ ਪਰਦੇਸ ਜਾਣ ਲੱਗਦਾ ਹੈ ਉਦੋਂ ਤੱਕ ਉਸਦੀ ਮਾਂ ਦੀ ਵੀ ਮੌਤ ਹੋ ਚੁੱਕੀ ਹੁੰਦੀ ਹੈ। ਪਰ ਦਿੱਲੀ ਤੱਕ ਵੀ ਜਾਂਦਿਆਂ ਉਹਨੂੰ ਇਉਂ ਲੱਗਦਾ ਕਿ ਅੱਜ ਵੀ ਮਾਂ ਦੀਆਂ ਸਿਸਕੀਆਂ, ਉਹਦੇ ਹੰਝੂ ਕਿਤੇ ਨਾ ਕਿਤੇ ਉਹਦੇ ਨਾਲ ਦੂਰ ਦਿੱਲੀ 7 ਸਮੁੰਦਰਾਂ ਤੱਕ ਵੀ ਉਹਦੇ ਨਾਲ ਨਾਲ ਪਿੱਛਾ ਕਰਦੇ ਆ ਰਹੇ ਆ। ਤੇਰੀਆਂ ਹੀ ਸਿਸਕੀਆਂ ਦੀ ਚਾਪ ਮੈਂ ਸੁਣਦਾ ਰਿਹਾ, ਉਦੋਂ ਜਦ ਤੁਰਿਆ ਸਾਂ ਮੈਂ ਪਰਦੇਸ। ਸੋ ਹੁਣ ਆਪਾਂ ਅਗਲਾ ਨੁਕਤਾ ਵਾਚਦੇ ਹਾਂ ਜੋ ਹੈ ਬਿੰਬ। ਬਿੰਬ ਸਾਡੀਆਂ ਗਿਆਨ ਇੰਦਰੀਆਂ ਨੂੰ ਪ੍ਰਾਪਤ ਹੋਣ ਵਾਲੇ ਅਨੁਭਵਾਂ ਦਾ ਨਾਂ ਹੈ। ਸਾਡੀਆਂ ਗਿਆਨ ਇੰਦਰੀਆਂ ਕਿਹੜੀਆਂ ਕਿਹੜੀਆਂ ਹਨ? 5 ਗਿਆਨ ਇੰਦਰੀਆਂ: ਅੱਖਾਂ, ਨੱਕ, ਕੰਨ, ਜੀਭ ਅਤੇ ਚਮੜੀ। ਸੋ ਜੇ ਕੋਈ ਕਵਿਤਾ ਪੜ੍ਹ ਕੇ ਸਾਡੀਆਂ ਅੱਖਾਂ ਅੱਗੇ ਕੋਈ ਦ੍ਰਿਸ਼, ਕੋਈ ਨਜ਼ਾਰਾ ਸਾਕਾਰ ਹੋ ਜਾਵੇ, ਸਾਡੇ ਕੰਨਾਂ ਨੂੰ ਇਉਂ ਲੱਗੇ ਜਿਵੇਂ ਕੋਈ ਆਵਾਜ਼ ਸੁਣਾਈ ਦੇ ਰਹੀ ਹੈ, ਨੱਕ ਨੂੰ ਕਿਸੇ ਗੰਧ ਦਾ ਅਹਿਸਾਸ ਹੋਵੇ, ਜੀਭ ਨੂੰ ਕਿਸੇ ਸਵਾਦ ਦਾ ਅਹਿਸਾਸ ਹੋਵੇ ਅਤੇ ਚਮੜੀ ਨੂੰ ਕਿਸੇ ਛੋਹ ਦਾ ਅਹਿਸਾਸ ਹੋਵੇ, ਤਾਂ ਸਮਝੋ ਕੋਈ ਨਾ ਕੋਈ ਬਿੰਬ ਉੱਥੇ ਕੰਮ ਕਰ ਰਿਹਾ ਹੁੰਦਾ ਹੈ। ਹੁਣ ਮੈਂ ਇੱਕ ਉਦਾਹਰਨ ਦੇਵਾਂਗੀ ਅਤੇ ਤੁਸੀਂ ਇਹ ਸੋਚਣਾ ਕਿ ਕਿਹੜਾ ਬਿੰਬ ਹੈ ਜੋ ਇੱਥੇ ਪ੍ਰਗਟ ਹੋਇਆ ਹੈ। ਨਿੱਕੇ ਨਿੱਕੇ ਪੈਰ ਮੇਰੀ ਪੋਪੀ ਦੇ, ਨੀਂਦਰ ਵਿੱਚ ਉਂਘਲਾਉਣ, ਆ ਨੀ ਨੀਂਦੇ ਭਾਗਾਂ ਭਰੀਏ, ਪੋਪੀ ਨੂੰ ਸੁਪਨੇ ਆਉਣ। ਕਿਹੜਾ ਬਿੰਬ ਹੈ? ਇੱਕ ਨਵਜੰਮੀ ਬੱਚੀ ਦੇ ਪੈਰਾਂ ਦਾ ਦ੍ਰਿਸ਼ ਸਾਡੇ ਸਾਹਮਣੇ ਆ ਗਿਆ ਕਿ ਛੋਟੇ ਛੋਟੇ ਪੈਰ ਆ। ਸੋ ਇੱਥੇ ਦ੍ਰਿਸ਼ ਬਿੰਬ ਹੈ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਚਿੱਤਰ ਲਿਆ ਦਿੰਦਾ ਹੈ। ਅਤੇ ਆਖਰ 'ਚ ਗੱਲ ਕਰਦੇ ਹਾਂ ਪ੍ਰਤੀਕ ਦੀ। ਕੀ ਹੁੰਦਾ ਹੈ ਪ੍ਰਤੀਕ? ਪ੍ਰਤੀਕ ਹੁੰਦਾ ਹੈ ਕੋਈ ਲੁਕਵਾਂ ਇਸ਼ਾਰਾ ਜਾਂ ਸੰਕੇਤ, ਕੋਈ ਗੱਲ ਸਿੱਧੇ ਢੰਗ ਨਾਲ ਕਰਨ ਦੀ ਬਜਾਏ ਅਸਿੱਧੇ ਢੰਗ ਨਾਲ ਕੀਤੀ ਜਾਵੇ। ਕੋਈ ਸ਼ਬਦ ਜੋ ਦਿਖਦਾ ਸਿਰਫ ਉਹੀ ਅਰਥ ਨਹੀਂ ਬਲਕਿ ਕੋਈ ਹੋਰ ਅਰਥ ਵੀ ਪ੍ਰਗਟ ਕਰਦਾ ਹੋਵੇ। ਜਿਵੇਂ ਫੁੱਲ ਬੱਚੇ ਦਾ ਪ੍ਰਤੀਕ ਵੀ ਹੈ। ਫੁੱਲ ਦੀ ਵਰਤੋਂ ਅਸੀਂ ਇੱਕ ਨਾਜ਼ੁਕ ਆਦਮੀ ਲਈ ਵੀ ਕਰ ਸਕਦੇ ਹਾਂ, ਕੋਈ ਫੁੱਲ ਵਰਗਾ ਨਰਮ। ਪੱਥਰ ਦੀ ਵਰਤੋਂ ਅਸੀਂ ਕਠੋਰ ਚਿੱਤ ਆਦਮੀ ਲਈ ਕਰ ਸਕਦੇ ਹਾਂ।
ਕੁੜੀਆਂ ਲਈ ਚਿੜੀਆਂ ਦਾ ਪ੍ਰਤੀਕ ਵੀ ਵਰਤਿਆ ਜਾਂਦਾ ਹੈ। ਫੁੱਲਾ ਵੇ ਫੁੱਲਾ ਤੂੰ ਤਾਂ ਦੋ ਪਲ ਮਹਿਕ ਖਿੰਡਾ ਕੇ ਹੱਸਣਾ ਤੇ ਤੁਰ ਜਾਣਾ। ਮੈਨੂੰ ਉਮੀਦ ਹੈ ਕਿ ਇਸ ਵਿਚਾਰ ਚਰਚਾ ਤੋਂ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ ਤੇ ਇੱਕ ਚੇਤਕ, ਇੱਕ ਸਾਹਿਤਿਕ ਚਿਣਕ ਲੈ ਕੇ ਜ਼ਰੂਰ ਅੱਗੇ ਵਧੋਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਅਸੀਂ ਅੱਜ ਇਸ ਲੈਕਚਰ 'ਚੋਂ ਸਿੱਖਿਆ ਤਾਰਾ ਸਿੰਘ ਬਾਰੇ, ਉਸ ਦੀ ਕਵਿਤਾ ਬਾਰੇ, ਤਾਰਾ ਸਿੰਘ ਦੀ ਕਵਿਤਾ ਦੀ ਲੋਅ ਤੁਹਾਡੇ ਸਾਹਿਤਿਕ ਬੰਨੇ, ਸਾਹਿਤਿਕ ਰਾਹ ਰੁਸ਼ਨਾਉਂਦੀ ਰਹੇ। ਬਹੁਤ ਬਹੁਤ ਸ਼ੁਕਰੀਆ।